TBN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦਾ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਆਓ ਦੋਸਤੋ, ਬਹੁਤ ਸਾਰੀਆਂ ਅਹਿਮ ਖਬਰਾਂ ਨੇ, ਅਹਿਮ ਘਟਨਾਵਾਂ ਨੇ ਜਿਹੜੀਆਂ ਬੀਤੇ ਕੁਝ ਘੰਟਿਆਂ ਵਿੱਚ ਵਾਪਰੀਆਂ ਨੇ, ਘਟੀਆਂ ਨੇ, ਉਹਨਾਂ ਦੇ ਉੱਤੇ ਰਲ ਮਿਲ ਕੇ ਵਿਚਾਰ ਚਰਚਾ ਕਰੀਏ। ਪਰ ਉਹਨਾਂ ਤੋਂ ਪਹਿਲਾਂ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੇ ਦੂਸਰੀ ਬੇਨਤੀ ਇਹ ਕਿ ਪ੍ਰੋਗਰਾਮ ਵੇਖਣ ਤੋਂ ਸੁਣਨ ਤੋਂ ਬਾਅਦ ਜੇਕਰ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ, ਤੁਹਾਡੇ ਧੰਨਵਾਦੀ ਹੋਵਾਂਗੇ। ਤੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਜ਼ਰੂਰ ਕਰਨੇ। ਤੇ ਹੁਣ ਆਓ ਬਹੁਤ ਸਾਰੀਆਂ ਖਬਰਾਂ, ਘਟਨਾਵਾਂ ਦਾ ਜ਼ਿਕਰ ਕਰੀਏ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਕੀਤੀ। ਉਹਦੇ ਵਿੱਚ ਉਹਨਾਂ ਨੇ ਕੁਝ ਵੱਡੇ, ਕੁਝ ਅਹਿਮ ਫੈਸਲੇ ਲਏ ਨੇ ਤੇ ਇਹਨਾਂ ਫੈਸਲਿਆਂ ਦਾ ਐਲਾਨ ਉਹਨਾਂ ਨੇ ਪੰਜਾਬ ਭਵਨ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕਰਕੇ ਕੀਤਾ। ਜਦੋਂ ਪ੍ਰੈਸ ਕਾਨਫਰੰਸ ਨੂੰ ਉਹ ਸੰਬੋਧਨ ਕਰ ਰਹੇ ਸੀ ਤਾਂ ਉਹਨਾਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਦੀਆਂ ਸਾਰੀਆਂ ਯੂਨੀਅਨਾਂ, ਭਾਵ ਸਾਰੀਆਂ ਜਥੇਬੰਦੀਆਂ ਦੇ ਨਾਲ ਉਹਨਾਂ ਦੀ ਇੱਕ ਲੰਬੀ ਚੌੜੀ ਮੁਲਾਕਾਤ ਹੋਈ। ਉਹਨਾਂ ਨੇ 18 ਪੁਆਇੰਟ ਸਰਕਾਰ ਨੂੰ ਲਿਖ ਕੇ ਭੇਜੇ ਜਿਨ੍ਹਾਂ ਤੇ ਵਿਚਾਰ ਕੀਤਾ ਗਿਆ। ਮੈਨੂੰ ਇਹ ਕਹਿੰਦੇ ਦੱਸਦੇ ਹੋਏ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਕਿਸਾਨ ਯੂਨੀਅਨਾਂ ਨੇ ਬਹੁਤ ਵਧੀਆ ਤਰੀਕੇ ਨਾਲ, ਆਪਸੀ ਤਾਲਮੇਲ ਦੇ ਨਾਲ ਵਧੀਆ ਮੀਟਿੰਗ ਕੀਤੀ। ਉਸਾਰੂ ਮੀਟਿੰਗ ਰਹੀ। ਇਸ ਦੌਰਾਨ ਲਗਭਗ ਕਹਿੰਦੇ ਉਹਨਾਂ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ ਗਈਆਂ। ਇਹਦੇ ਤੋਂ ਇਲਾਵਾ ਮੌਕੇ ਤੇ ਦੱਸੀਆਂ 3-4 ਮੰਗਾਂ ਹੋਰ ਜਿਹੜੀਆਂ ਉਹਦੇ ਵਿੱਚ ਨਹੀਂ ਸੀ ਲਿਖੀਆਂ, ਉਹ ਵੀ ਮੰਨ ਲਈਆਂ ਗਈਆਂ। ਉਹਨਾਂ ਕਿਸਾਨ ਯੂਨੀਅਨ ਦਾ ਧੰਨਵਾਦ ਵੀ ਕੀਤਾ। ਪੰਜਾਬ ਦੇ ਕਿਸਾਨਾਂ ਲਈ ਉਹ ਕਹਿੰਦੇ ਬਹੁਤ ਵੱਡੀ ਲੜਾਈ ਲੜ ਰਹੇ ਨੇ। ਮੈਂ ਆਖਦਾ ਕਿ ਪੰਜਾਬ ਦੇ ਨਹੀਂ, ਸਗੋਂ ਸਮੁੱਚੇ ਭਾਰਤ ਦੇ ਕਿਸਾਨਾਂ ਲਈ ਉਹ ਲੜਾਈ ਲੜ ਰਹੇ ਨੇ। ਚੰਨੀ ਨੇ ਕਿਹਾ ਕਿ ਉਹ ਉਹਨਾਂ ਦੀ ਹਰ ਸੰਭਵ ਮਦਦ ਕਰਨ ਵਾਸਤੇ ਤਿਆਰ ਨੇ। ਯੂਨੀਅਨ ਨੇ ਜਿਹੜਾ ਰੈਜ਼ੋਲੂਸ਼ਨ ਕਿਹਾ ਸੀ, ਕਹਿੰਦੇ ਉਹੀ ਸਰਕਾਰ ਲੈ ਆਈ। ਉਹਨਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਤਿੰਨੀ ਜਿਹੜੇ ਖੇਤੀ ਕਾਨੂੰਨ ਨੇ, ਇਹਨਾਂ ਨੂੰ ਕਿਸੇ ਵੀ ਸੂਰਤ ਵਿੱਚ, ਕਿਸੇ ਵੀ ਕੀਮਤ ਵਿੱਚ ਪੰਜਾਬ 'ਚ ਲਾਗੂ ਨਹੀਂ ਹੋਣ ਦੇਵੇਗੀ। ਉਹਨਾਂ ਇਹ ਵੀ ਕਿਹਾ ਕਿ ਅਸੀਂ ਤਾਂ ਬੇਸਿਕਲੀ ਇਹ ਰੱਦ ਕਰ ਦਿੱਤੇ ਨੇ। ਉਹ ਕਹਿੰਦੇ ਪਰ ਕਰਜ਼ਾ ਮੁਆਫੀ ਵਾਲਾ ਜਿਹੜਾ ਮੁੱਦਾ ਹੈ, ਇਹਦੇ ਤੋਂ ਇਲਾਵਾ ਕਿਸਾਨਾਂ ਦੀਆਂ ਬਾਕੀ ਜਿਹੜੀਆਂ 17 ਦੀਆਂ 17 ਮੰਗਾਂ ਸੀ ਉਹ ਅਸੀਂ ਮੰਨ ਲਈਆਂ। ਹੁਣ ਮੰਗਾਂ ਕੀ ਸੀ? ਗੁਲਾਬੀ ਸੁੰਡੀ ਨਾਲ 75% ਤੋਂ ਜ਼ਿਆਦਾ ਫਸਲ ਬਰਬਾਦ ਹੋਈ। ਉਹਨਾਂ ਕਿਸਾਨਾਂ ਨੂੰ ਕਹਿੰਦੇ 17,000 ਰੁਪਏ ਮੁਆਵਜ਼ਾ ਮਿਲੇਗਾ। ਮੈਂ ਦੱਸਣਾ ਚਾਹੁੰਦਾ ਕਿ ਪਹਿਲਾਂ ਇਹ ਮੁਆਵਜ਼ੇ ਦੀ ਰਕਮ 12,000 ਰੁਪਇਆ ਹੋਇਆ ਕਰਦੀ ਸੀ। ਨਰਮਾ ਚੁਗਣ ਵਾਲੇ ਮਜ਼ਦੂਰ, ਉਹਨਾਂ ਨੂੰ ਵੀ ਕਹਿੰਦੇ 10% ਮੁਆਵਜ਼ਾ ਸਰਕਾਰ ਵੱਲੋਂ ਦਿੱਤਾ ਜਾਏਗਾ। ਇੱਕ ਜਿਹੜੀ ਗੱਲ ਵੱਡੀ ਸੀ ਕਿ ਕਿਸਾਨੀ ਸੰਘਰਸ਼ ਦੇ ਵਿੱਚ ਜਿਹੜੇ ਕਿਸਾਨ ਸ਼ਹੀਦ ਹੋਏ ਨੇ ਜਾਂ ਮਜ਼ਦੂਰ ਸ਼ਹੀਦ ਹੋਏ ਨੇ, ਉਹਨਾਂ ਨੂੰ ਨੌਕਰੀ ਅਤੇ ਲੋੜੀਂਦਾ ਮੁਆਵਜ਼ਾ ਪੰਜਾਬ ਸਰਕਾਰ ਵੱਲੋਂ ਦਿੱਤਾ ਜਾਊ। ਗੰਨੇ ਦਾ ਮੁੱਲ 360 ਰੁਪਏ ਕਰ ਦਿੱਤਾ ਗਿਆ। ਪਹਿਲਾਂ 310 ਰੁਪਏ ਸੀ। 50 ਰੁਪਏ ਚੋਂ 35 ਰੁਪਏ ਸਰਕਾਰ ਤੇ 15 ਰੁਪਏ ਗੰਨਾ ਮਿੱਲਾਂ ਪਾਉਣਗੀਆਂ, ਜਿਸ ਦੀ ਕਾਊਂਟਰ ਪੇਮੈਂਟ ਕਰ ਦਿੱਤੀ ਜਾਏਗੀ। ਅਗਲੀ ਉਹ ਕਹਿੰਦੇ ਜਿਹੜੇ ਕਿਸਾਨਾਂ ਦੀ ਫਸਲ ਚੁੱਕੀ ਨਹੀਂ ਗਈ, ਮੰਡੀਆਂ 'ਚ ਜਿਹੜਾ ਕਿਸਾਨ ਰੁਲ ਰਿਹਾ ਹੈ, 3-4 ਦਿਨਾਂ ਦੇ ਵਿੱਚ ਅਸੀਂ ਉਹਨਾਂ ਦੀ ਫਸਲਾਂ ਚੁੱਕ ਲਾਂਗੇ। ਇਹ ਵੀ ਸਕੀਮ ਤਹਿਤ ਮੀਟਰ ਲੈਣ ਵਾਲੇ 500 ਕਿਸਾਨਾਂ ਦਾ 37,000 ਰੁਪਏ ਦਾ ਬਿੱਲ ਆਉਂਦਾ ਹੈ। ਕਹਿੰਦੇ ਕਿਸਾਨਾਂ ਦੀ ਮੰਗ ਸੀ ਕਿ ਇਹ 500 ਮੀਟਰ ਵੀ ਮੁਫਤ ਕਰ ਦਿੱਤੇ ਜਾਣ, ਜਿਸ ਦਾ ਮੁੱਖ ਮੰਤਰੀ ਨੇ ਮੁਫਤ ਕਰਨ ਦਾ ਭਰੋਸਾ ਦੇ ਦਿੱਤਾ ਹੈ। ਪੰਜਾਬ 'ਚ ਸਿਰਫ ਪੰਜਾਬੀ ਨੌਜਵਾਨਾਂ ਦੀ ਭਰਤੀ ਸੰਬੰਧੀ ਉਹਨਾਂ ਕਿਹਾ ਕਿ ਇਸ ਸੰਬੰਧੀ ਛੇਤੀ ਇੱਕ ਕਾਨੂੰਨ ਲਿਆਂਦਾ ਜਾਏਗਾ, ਜਿਸ ਨਾਲ ਇਹ ਮੰਗ ਵੀ ਅਸੀਂ ਤੁਹਾਡੀ ਕਹਿੰਦੇ ਪੂਰੀ ਕਰ ਦੇਵਾਂਗੇ। ਇੱਕ ਗੱਲ ਹੋਰ, ਉਹ ਕਹਿੰਦੇ ਕਿਸਾਨੀ ਸੰਘਰਸ਼ ਦੇ ਦੌਰਾਨ ਜਿੰਨੇ ਵੀ ਕਿਸਾਨਾਂ ਤੇ ਪਰਚੇ ਕੀਤੇ ਗਏ, ਪਰਚੇ ਹੋ ਚੁੱਕੇ ਨੇ, ਉਹ ਸਾਰੇ ਤੁਰੰਤ ਰੱਦ ਕਰਨ ਦਾ ਵੀ ਉਹਨਾਂ ਨੇ ਭਰੋਸਾ ਦਿੱਤਾ। ਕਿਸਾਨਾਂ ਨੂੰ ਅਪੀਲ ਹੈ ਕਿ ਉਹ ਪਰਾਲੀ ਨਾ ਸਾੜਨ, ਕਿਉਂਕਿ ਇਹ ਪ੍ਰਦੂਸ਼ਣ ਬਹੁਤ ਵਧਾਉਂਦੀ ਹੈ। ਇਸ ਮਸਲੇ ਦੇ ਉੱਤੇ ਉਹਨਾਂ ਨੇ ਢੇਰ ਸਾਰੀਆਂ ਗੱਲਾਂ ਬਾਤਾਂ ਕੀਤੀਆਂ। ਹੁਣ ਤੁਸੀਂ ਦੇਖੋ ਕਿ ਚਰਨਜੀਤ ਸਿੰਘ ਚੰਨੀ ਹੋਰਾਂ ਨੇ 18 ਦੇ ਵਿੱਚੋਂ 17 ਮੰਗਾਂ ਪ੍ਰਵਾਨ ਕਰ ਲਈਆਂ, ਜਾਂ ਮੈਂ ਇਹ ਆਖ ਦਿੰਦਾ ਕਿ ਭਰੋਸਾ ਦਿੱਤਾ ਹੈ। ਪਰ ਇਹਦੇ ਤੇ ਜੇਕਰ ਟਿੱਪਣੀ ਕਰਨੀ ਹੋਵੇ, ਭਾਵੇਂ ਚੋਣਾਂ ਨੇੜੇ ਨੇ ਤਾਂ ਕੀਤਾ, ਭਾਵੇਂ ਉਹ ਚਾਹੁੰਦੇ ਨੇ ਕਿ ਮੁੱਖ ਮੰਤਰੀ ਦਾ ਚਿਹਰਾ ਮੈਂ ਹੀ ਰਹਾਂ ਤੇ ਮਜ਼ਦੂਰ ਤੇ ਕਿਸਾਨ ਮੇਰੇ ਵਾਲੇ ਪਾਸੇ ਰਹਿਣ, ਪਰ ਕੁਝ ਵੀ ਹੋਵੇ, ਇਹ ਭਰੋਸਾ ਸਿਰਫ ਭਰੋਸਾ ਨਾ ਰਹਿ ਜੇ। ਇਸ ਤਰ੍ਹਾਂ ਦੇ ਭਰੋਸੇ ਕੈਪਟਨ ਅਮਰਿੰਦਰ ਸਿੰਘ ਨੇ 2017 ਦੀ ਚੋਣ ਤੋਂ ਪਹਿਲਾਂ ਬਹੁਤ ਦਿੱਤੇ ਸੀ, ਪਰ ਬਾਅਦ ਵਿੱਚ ਹੋਇਆ ਕੀ? ਆਖਰਕਾਰ ਜ਼ਲੀਲ ਹੋਣਾ ਪਿਆ, ਮੁੱਖ ਮੰਤਰੀ ਦੇ ਅਹੁਦੇ ਤੋਂ ਲਾਂਭੇ ਹੋਣਾ ਪਿਆ। ਤੇ ਹੁਣ ਅਗਲੀ ਜਿਹੜੀ ਜਾਣਕਾਰੀ ਹੈ ਲਖੀਮਪੁਰ ਖੀਰੀ ਵਾਲੀ ਘਟਨਾ ਨਾਲ ਸੰਬੰਧਿਤ ਹੈ ਕਿ ਇੱਕ ਜੱਜ ਨਿਯੁਕਤ ਕੀਤੇ ਗਏ ਨੇ। ਕੌਣ ਨੇ? ਰਿਟਾਇਰਡ ਜੱਜ ਨੇ, ਸੇਵਾ ਮੁਕਤ ਜੱਜ ਨੇ ਰਾਕੇਸ਼ ਕੁਮਾਰ ਜੈਨ, ਜਿਨ੍ਹਾਂ ਨੂੰ ਯੂਪੀ ਦੇ ਵਿੱਚ ਜਿਹੜੀ ਲਖੀਮਪੁਰ ਖੀਰੀ ਵਾਲੀ ਕੇਸ ਸੀ, ਕਾਂਡ ਸੀ, ਉਹਦੀ ਜਾਂਚ ਵਾਸਤੇ ਨਿਗਰਾਨੀ ਲਈ ਨਿਯੁਕਤ ਕਰ ਦਿੱਤਾ ਗਿਆ ਹੈ।
ਵਕੀਲਾਂ ਦੇ ਪਰਿਵਾਰ ਨਾਲ ਸੰਬੰਧਿਤ ਨੇ। ਉਹਨਾਂ ਦੇ ਪਿਤਾ ਗੁਲਾਬ ਜੈਨ ਇਨਕਮ ਟੈਕਸ ਐਡਵੋਕੇਟ ਰਹੇ, ਹਿਸਾਰ ਤੋਂ ਵਿਧਾਇਕ ਵੀ ਰਹੇ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਸੇਵਾ ਮੁਕਤ ਰਾਕੇਸ਼ ਜੈਨ ਲੰਬੇ ਸਮੇਂ ਤੋਂ ਨਿਆਇਕ ਖੇਤਰ ਨਾਲ ਜੁੜੇ ਹੋਏ ਨੇ। ਜਸਟਿਸ ਆਰ.ਕੇ. ਜੈਨ ਦਾ ਜਨਮ 1 ਅਕਤੂਬਰ ਤੇ 1958 ਨੂੰ ਹਿਸਾਰ ਵਿੱਚ ਵਕੀਲਾਂ ਦੇ ਇੱਕ ਪਰਿਵਾਰ ਦੇ ਵਿੱਚ ਹੋਇਆ ਸੀ। ਮੰਨੇ ਪਰਮੰਨੇ ਧੜੱਲੇਦਾਰ ਵਕੀਲ ਪਰਿਵਾਰ ਵਿੱਚ ਜੰਮੇ ਉਹ। ਉਹਨਾਂ ਦੇ ਪਿਤਾ ਗੁਲਾਬ ਸਿੰਘ ਜੈਨ ਇੱਕ ਇਨਕਮ ਟੈਕਸ ਦੇ ਐਡਵੋਕੇਟ 1972 ਤੋਂ 1997 ਤੱਕ ਹਿਸਾਰ ਤੋਂ ਫਿਰ ਉਹ ਵਿਧਾਇਕ ਵੀ ਰਹੇ। BCom ਅਤੇ LLB ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹ ਮਈ 1982 ਦੇ ਵਿੱਚ ਬਾਰ ਕੌਂਸਲ ਆਫ ਪੰਜਾਬ ਐਂਡ ਹਰਿਆਣਾ 'ਚ ਇੱਕ ਵਕੀਲ ਵਜੋਂ ਰਜਿਸਟਰਡ ਹੋਏ ਸੀ। ਜੇਕਰ ਇਹਨਾਂ ਦੀ ਗੱਲ ਕਰਾਂ ਤਾਂ ਉਹਨਾਂ ਹਿਸਾਰ ਦੀ ਜ਼ਿਲ੍ਹਾ ਅਦਾਲਤ ਵਿੱਚ ਪ੍ਰੈਕਟਿਸ ਕੀਤੀ ਤੇ ਫਿਰ ਜਨਵਰੀ 1983 ਵਿੱਚ ਉਹ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਆ ਗਏ ਸੀ, ਜਿੱਥੇ ਉਹਨਾਂ ਸਿਵਲ, ਫੌਜਦਾਰੀ ਅਤੇ ਮਾਲੀਆ ਪੱਖ ਦੇ ਨਾਲ 25 ਸਾਲ ਤੱਕ ਪ੍ਰੈਕਟਿਸ ਕੀਤੀ ਅਤੇ 2 ਵਾਰ ਹਾਈ ਕੋਰਟ ਬਾਰ ਐਸੋਸੀਏਸ਼ਨ ਦੀ ਕਾਰਜਕਾਰੀ ਕਮੇਟੀ ਦੇ ਇਹ ਮੈਂਬਰ ਰਹੇ। ਉਹ 5 ਦਸੰਬਰ 2007 ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੱਜ ਵਜੋਂ ਤਰੱਕੀ ਦਿੱਤੀ ਗਈ ਅਤੇ 30 ਸਤੰਬਰ 2020 ਨੂੰ ਭਾਵ ਪਿਛਲੇ ਸਾਲ ਹੀ ਸੇਵਾ ਮੁਕਤ ਹੋਏ ਸੀ। ਹਿਸਾਰ ਦੇ ਬੱਸ ਸਟੈਂਡ ਦੇ ਨੇੜੇ ਇੱਕ ਚੌਂਕ ਹੈ। ਚੌਂਕ ਦਾ ਨਾਮ ਰਾਕੇਸ਼ ਕੁਮਾਰ ਜੈਨ ਦੇ ਪਿਤਾ ਜੀ ਦੇ ਨਾਮ ਤੇ ਰੱਖਿਆ ਹੋਇਆ ਹੈ ਤੇ ਅੱਜ ਵੀ ਰਾਕੇਸ਼ ਕੁਮਾਰ ਜੈਨ ਦਾ ਪਰਿਵਾਰ ਪ੍ਰੀਤੀ ਨਗਰ ਵਿੱਚ ਰਹਿੰਦਾ ਹੈ। ਰਾਕੇਸ਼ ਕੁਮਾਰ ਜੈਨ ਦੇ ਪਰਿਵਾਰ ਦੇ ਹੋਰ ਮੈਂਬਰਾਂ ਦਾ ਕਾਰੋਬਾਰ ਅਤੇ ਰਿਹਾਇਸ਼ ਵੀ ਅੱਜ ਕੱਲ੍ਹ ਵੀ ਹਿਸਾਰ ਦੇ ਵਿੱਚ ਹੀ ਹੈ। ਰਿਟਾਇਰਡ ਜੱਜ ਰਾਕੇਸ਼ ਕੁਮਾਰ ਜੈਨ ਸਮੇਂ-ਸਮੇਂ ਤੇ ਹਿਸਾਰ ਦਾ ਦੌਰਾ ਕਰਦੇ ਰਹਿੰਦੇ ਹੈ। ਇਹ ਵੀ ਦੱਸਣਾ ਬਣਦਾ ਹੈ ਕਿ ਲਖੀਮਪੁਰ ਖੀਰੀ ਹਿੰਸਾ ਮਾਮਲੇ ਵਿੱਚ ਬੀਤੇ ਬੁੱਧਵਾਰ ਨੂੰ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ ਸੀ। ਉਸ ਦੌਰਾਨ ਸੁਪਰੀਮ ਕੋਰਟ ਨੇ ਲਖੀਮਪੁਰ ਖੀਰੀ ਹਿੰਸਾ ਦੀ SIT ਦੀ ਨਿਗਰਾਨੀ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਕਿਸੇ ਸੇਵਾ ਮੁਕਤ ਜੱਜ ਨੂੰ ਇਹਦੇ ਤੇ ਨਿਯੁਕਤ ਕਰਨ ਦਾ ਫੈਸਲਾ ਕਰ ਦਿੱਤਾ ਸੀ ਤੇ ਉਹਨੇ ਰਾਕੇਸ਼ ਕੁਮਾਰ ਜੈਨ। ਇਹਦੇ ਤੋਂ ਇਲਾਵਾ ਯੂਪੀ ਸਰਕਾਰ ਨੂੰ ਇੱਕ ਮਹਿਲਾ ਪੁਲਿਸ ਅਧਿਕਾਰੀ ਸਮੇਤ 3 ਸੀਨੀਅਰ IPS ਅਧਿਕਾਰੀਆਂ ਨੂੰ ਵੀ ਸਿੱਟ ਦੇ ਵਿੱਚ ਸ਼ਾਮਲ ਕੀਤਾ ਗਿਆ। ਦਰਅਸਲ ਇਹ ਸੁਪਰੀਮ ਕੋਰਟ ਦੇ ਵਿੱਚੋਂ ਹੁਕਮ ਦਿੱਤੇ ਗਏ ਸੀ। ਅਦਾਲਤ ਨੇ ਕਿਹਾ ਸੀ ਕਿ ਸਿੱਟ ਜਸਟਿਸ ਜੈਨ ਦੀ ਨਿਗਰਾਨੀ ਹੇਠ ਆਪਣੀ ਜਾਂਚ ਕਰੇਗੀ। ਹੁਣ ਜਾਂਚ ਇਹਦੇ ਤੇ ਕਿਵੇਂ ਕਰਦੇ ਆ, ਇਹਦੇ ਤੇ ਹੁਣ ਆਪਾਂ ਕਰਦੇ ਹਾਂ ਟਿੱਪਣੀ। ਹੁਣ ਤੁਸੀਂ ਇਹ ਦੇਖੋ ਕਿ 3 ਅਕਤੂਬਰ ਅਤੇ 2021 ਨੂੰ ਲਖੀਮਪੁਰ ਖੀਰੀ ਘਟਨਾ ਦੇ ਵਿੱਚ ਇਹ ਸਾਰਾ ਕਰਮਕਾਂਡ ਵਾਪਰਦਾ ਹੈ, ਜਿੱਥੇ ਕੁੱਲ 8 ਵਿਅਕਤੀਆਂ ਦੀ ਮੌਤ ਹੁੰਦੀ ਹੈ। 4 ਕਿਸਾਨ, 1 ਪੱਤਰਕਾਰ ਤੇ 3 ਵਿਅਕਤੀ ਹੋਰ, ਕੁੱਲ ਮਿਲਾ ਕੇ 8 ਮੌਤਾਂ ਹੁੰਦੀਆਂ ਨੇ। ਉਹਦੇ ਵਿੱਚ ਪੰਜਾਬ ਦੇ ਬਹੁਤ ਸਾਰੇ ਲੋਕਾਂ ਨੇ ਹਾਦਾ ਨਾਰਾ ਉੱਥੇ ਜਾ ਕੇ ਮਾਰਿਆ। ਪਰ ਮੁੱਖ ਦੋਸ਼ੀ ਕੌਣ? ਮੁੱਖ ਦੋਸ਼ੀ ਕੇਂਦਰੀ ਗ੍ਰਹਿ ਰਾਜ ਮੰਤਰੀ, ਉਹਨਾਂ ਦੇ ਪੁੱਤਰ ਆਸ਼ੀਸ਼ ਮਿਸ਼ਰਾ। ਹੁਣ ਉਹਨਾਂ ਨੂੰ ਗ੍ਰਿਫਤਾਰ ਕਰਨ ਦੇ ਵਾਸਤੇ ਬਹੁਤ ਸਾਰੇ ਲੋਕਾਂ ਨੂੰ ਜੱਦੋ-ਜਹਿਦ ਕਰਨੀ ਪਈ, ਚਾਰਾਜੋਈ ਕਰਨੀ ਪਈ। ਪਰ ਸੁਪਰੀਮ ਕੋਰਟ ਨੇ ਜਦੋਂ ਵੀ ਇਸ ਕੇਸ ਦੀ ਸੁਣਵਾਈ ਕੀਤੀ ਉਦੋਂ ਯੂਪੀ ਸਰਕਾਰ ਨੂੰ ਝਾੜ ਪਾਈ ਅਤੇ ਯੂਪੀ ਪੁਲਿਸ ਦੀ ਜਿੰਨੀ ਵੀ ਹੁਣ ਤੱਕ ਜਾਂਚ ਪੜਤਾਲ ਕੀਤੀ ਗਈ ਜਾਂ ਕੀਤੀ ਜਾ ਰਹੀ ਸੀ ਉਹਦੇ ਤੇ ਕੋਈ ਤਸੱਲੀ ਦਾ ਪ੍ਰਗਟਾਵਾ ਨਹੀਂ ਸੀ ਕੀਤਾ। ਤੇ ਬੀਤੇ ਦਿਨੀ ਆਪਣੀ ਜਾਂਚ, ਆਪਣੀ ਗੱਲਬਾਤ ਦੇ ਦੌਰਾਨ ਸੁਪਰੀਮ ਕੋਰਟ ਨੇ ਟਿੱਪਣੀਆਂ ਕੀਤੀਆਂ ਸੀ ਕਿ ਇੱਕ ਸਿੱਟ ਨਵੀਂ ਬਣਾਈ ਜਾਵੇ। ਸਿੱਟ ਬਣਾ ਦਿੱਤੀ ਗਈ ਹੈ, ਪਰ ਉਹਦੀ ਨਿਗਰਾਨੀ ਕਿਸੇ ਸਾਬਕਾ ਹਾਈ ਕੋਰਟ ਦੇ ਜੱਜ ਤੋਂ ਕਰਵਾਈ ਜਾਏਗੀ। ਉਹ ਜੈਨ ਸਾਹਿਬ ਨਿਯੁਕਤ ਕਰ ਦਿੱਤੇ ਗਏ ਹੈ। ਤੇ ਅਗਲੀ ਜਿਹੜੀ ਖਬਰ ਵੀ ਹੈ ਇਹ ਵੀ ਕਿਸਾਨਾਂ ਦੇ ਨਾਲ ਸੰਬੰਧਿਤ ਖਬਰ ਹੈ ਤੇ ਇਹਦੇ ਵਿੱਚ ਵੀ ਸੁਪਰੀਮ ਕੋਰਟ ਦੀਆਂ ਸਖਤ ਟਿੱਪਣੀਆਂ ਨੇ। NCR ਦੇ ਵਿੱਚ ਪ੍ਰਦੂਸ਼ਣ ਦਾ ਮਾਮਲਾ ਲਗਾਤਾਰ ਗਰਮਾ ਰਿਹਾ ਹੈ। ਸੁਪਰੀਮ ਕੋਰਟ ਦੇ 3 ਜੱਜਾਂ ਦੀ ਬੈਂਚ ਨੇ ਇਸ ਮਸਲੇ ਦੀ ਸੁਣਵਾਈ ਕੀਤੀ ਤੇ ਮਾਮਲੇ ਦੀ ਜਿਹੜੀ ਅਗਲੀ ਸੁਣਵਾਈ ਹੋਣੀ ਹੈ ਉਹ 23 ਨਵੰਬਰ ਨੂੰ ਕੀਤੀ ਜਾਏਗੀ। ਤੁਸ਼ਾਰ ਮਹਿਤਾ ਨੇ ਕਿਹਾ ਕਿ ਮੇਰੇ ਬਾਰੇ ਮੀਡੀਆ ਦੇ ਵਿੱਚੋਂ ਪਤਾ ਲੱਗ ਰਿਹਾ, ਦੱਸਿਆ ਜਾ ਰਿਹਾ ਕਿ ਮੈਂ ਪਰਾਲੀ ਸਾੜਨ ਦੇ ਬਾਬਤ ਗਲਤ ਜਾਣਕਾਰੀ ਦਿੱਤੀ ਹੈ। ਮੈਂ ਇਸ ਤੇ ਸਪਸ਼ਟੀਕਰਨ ਦੇਣਾ ਚਾਹੁੰਦਾ। ਇਹਦੇ ਤੇ ਸੁਪਰੀਮ ਕੋਰਟ ਦੇ ਮੁੱਖ ਜੱਜ ਨੇ ਕਿਹਾ ਕਿ ਇਸ ਤਰ੍ਹਾਂ ਦੀ ਆਲੋਚਨਾ ਪਬਲਿਕ ਆਫਿਸ ਦੇ ਵਿੱਚ ਜੇਕਰ ਕੋਈ ਵਿਅਕਤੀ ਹੋਵੇ ਤਾਂ ਉਹਦੀ ਹੁੰਦੀ ਰਹਿੰਦੀ ਹੈ। ਤੁਸੀਂ ਇਸ ਮਸਲੇ ਨੂੰ ਭੁੱਲ ਜਾਓ, ਛੱਡ ਦਿਓ। ਜਸਟਿਸ ਚੰਦਰਚੂੜ ਨੇ ਕਿਹਾ ਕਿ ਮੈਂ ਦੇਖਿਆ ਕਿ ਇਹ 4% ਹੈ, ਪਰ ਵਿਕਾਸ ਸਿੰਘ ਨੇ ਦੱਸਿਆ ਕਿ ਰਿਪੋਰਟ ਵਿੱਚ 35 ਤੋਂ 40% ਦੱਸਿਆ ਜਾ ਰਿਹਾ ਹੈ। ਤੁਸ਼ਾਰ ਮਹਿਤਾ ਨੇ ਕਿਹਾ ਕਿ ਅਸੀਂ ਪੂਰੇ ਸਾਲ ਦਾ ਅੰਕੜਾ ਦਿੱਤਾ ਸੀ, ਇਹਦੇ ਵਿੱਚ ਜਿਹੜੀਆਂ ਮੌਸਮੀ ਪਰਾਲੀ ਸਾੜੀ ਜਾਣ ਦੀਆਂ ਘਟਨਾਵਾਂ ਵੱਧ ਜਾਂਦੀਆਂ ਨੇ। ਤਾਂ ਮੁੱਖ ਜੱਜ ਨੇ ਫੇਰ ਕਿਹਾ ਕਿ ਆਮ ਸਮਝ ਦੀ ਗੱਲ ਹੈ ਕਿ ਇਹਨਾਂ ਮਹੀਨਿਆਂ ਦੇ ਵਿੱਚ ਜਦੋਂ ਆਹ ਮਹੀਨੇ ਚੱਲ ਰਹੇ ਨੇ ਪਰਾਲੀ ਸਾੜੀ ਜਾਂਦੀ ਹੈ। ਮੰਨਦੇ ਆ ਕਿ ਪਰਾਲੀ ਸਾੜਨ ਕਰਕੇ ਧੂੰਆਂ ਵੱਧਦਾ, ਘਟਨਾਵਾਂ ਵੱਧਦੀਆਂ ਨੇ,
ਪਰ ਇਸ ਬਾਰੇ ਹਰ ਕੋਈ ਜਾਣਦਾ ਹੈ, ਪਰ ਤੁਸੀਂ ਕੋਈ ਕਦਮ ਚੁੱਕਿਆ, ਤੁਸੀਂ ਇਹ ਦੱਸ ਦਿਓ। ਇਹਦੇ ਤੁਸ਼ਾਰ ਮਹਿਤਾ ਨੇ ਕਿਹਾ ਕਿ ਅਸੀਂ ਆਪਣੇ ਹਲਫਨਾਮੇ ਦੇ ਵਿੱਚ ਕਿਹਾ ਸੀ ਕਿ ਅਕਤੂਬਰ ਤੋਂ ਬਾਅਦ ਪਰਾਲੀ ਸਾੜਨ ਵਰਗੇ ਕੁਝ ਕਾਰਨ ਨੇ ਜਿਸ ਦੇ ਕਾਰਨ ਪ੍ਰਦੂਸ਼ਣ ਦੇ ਵਿੱਚ ਇਹ ਯੋਗਦਾਨ ਪਾਉਂਦੇ ਨੇ, ਭਾਵ ਪ੍ਰਦੂਸ਼ਣ ਵੱਧਦਾ ਹੈ। ਇਹ ਸਾਰਾ ਸਾਲ ਨਹੀਂ ਹੁੰਦਾ। ਅਸੀਂ ਉਦੋਂ ਕਿਹਾ ਸੀ ਕਿ ਇਹ ਉਹਨਾਂ 2 ਮਹੀਨਿਆਂ ਵਿੱਚ ਵੱਧਦਾ ਹੈ ਜਦੋਂ ਲਗਭਗ 35 ਤੋਂ 40% ਇਹ ਘਟਨਾਵਾਂ ਵੱਧਦੀਆਂ ਨੇ, ਪਰ ਇਹ ਅੰਦਾਜ਼ਾ ਸੀ। ਅਸੀਂ ਕਿਹਾ ਸੀ ਕਿ ਯੋਗਦਾਨ ਸਿਰਫ 4 ਤੋਂ 7% ਪੰਜਾਬ ਚੋਣਾਂ ਕਾਰਨ ਹੈ। ਹੁਣ ਤੁਸੀਂ ਇਹ ਦੇਖੋ ਕਿ 4 ਤੋਂ 7% ਜੇ ਟਿੱਪਣੀ ਕਰੀਏ ਤਾਂ ਮੁੱਖ ਜੱਜ ਕਹਿੰਦਾ ਇਹ ਅੰਕੜੇ ਤੁਹਾਡੇ ਲਈ ਨੇ ਜਿਹੜੇ ਉਹ ਹੋਰ ਹੋਣਗੇ, ਪਰ ਸਾਡੇ ਲਈ ਮਹੱਤਵਪੂਰਨ ਹੈ। ਮੁੱਦੇ ਨੂੰ ਘੁਮਾਉਣ ਦੀ ਕੋਸ਼ਿਸ਼ ਨਾ ਕਰੋ। ਅਸੀਂ ਪ੍ਰਦੂਸ਼ਣ ਨੂੰ ਘਟਾਉਣ ਲਈ ਚਿੰਤਤ ਹਾਂ। ਤਾਂ ਤੁਸ਼ਾਰ ਨੇ ਕਿਹਾ ਕਿ ਤੁਸੀਂ ਕੁਝ ਅਜਿਹੇ ਵੀ ਮਾਮਲੇ ਨੇ ਜਿਨ੍ਹਾਂ ਦੇ ਉੱਤੇ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ। ਹੁਣ ਉਹ ਆਮ ਸਮਝ ਦੀ ਵਰਤੋਂ ਕਿਉਂ ਨਹੀਂ ਕਰ ਰਹੇ? ਕਿਉਂਕਿ 10 ਸਾਲ ਤੋਂ ਪੁਰਾਣੀਆਂ ਗੱਡੀਆਂ, ਭਾਵੇਂ ਉਹ ਡੀਜ਼ਲ ਦੀਆਂ ਹੋਣ, ਪੈਟਰੋਲ ਦੀਆਂ ਹੋਣ, ਉਹ ਕਹਿੰਦੇ 10 ਸਾਲ ਤੋਂ ਪੁਰਾਣੀਆਂ ਗੱਡੀਆਂ ਸੜਕਾਂ ਤੇ ਨਹੀਂ ਚੱਲ ਸਕਦੀਆਂ। ਤਾਂ ਫਿਰ ਮੁੱਖ ਜੱਜ ਨੇ ਕਿਹਾ ਹੁਣ ਅਸੀਂ ਪ੍ਰਦੂਸ਼ਣ ਨੂੰ ਰੋਕਣ ਲਈ ਕੀ ਕਦਮ ਚੁੱਕੇ, ਇਹ ਦੱਸ ਦਿਓ। ਤੁਸ਼ਾਰ ਮਹਿਤਾ ਕਹਿੰਦੇ ਵੀ ਅਸੀਂ ਕਦਮ ਤਾਂ ਚੁੱਕੇ ਹਾਂ, ਉਹਦੀ ਜਾਣਕਾਰੀ ਦੇ ਰਹੇ ਹਾਂ। ਤੇ ਤੁਸੀਂ ਇਹ ਦੇਖੋ ਕਿ ਏਅਰ ਕੁਆਲਿਟੀ ਲਗਾਤਾਰ ਡਿੱਗਦੀ ਜਾ ਰਹੀ ਹੈ। ਏਅਰ ਕੁਆਲਿਟੀ ਮੈਨੇਜਮੈਂਟ ਦੀ ਮੀਟਿੰਗ ਬਾਰੇ ਜਾਣਕਾਰੀ ਉਹਨਾਂ ਨੇ ਫਿਰ ਦਿੱਤੀ। ਮੀਟਿੰਗ ਦੇ ਵਿੱਚ ਸਕੱਤਰ ਬਿਜਲੀ ਦੇ, ਸਕੱਤਰ DOPT ਹਰਿਆਣਾ, ਪੰਜਾਬ, ਦਿੱਲੀ ਦੇ ਮੁੱਖ ਸਕੱਤਰ ਵੀ ਹਾਜ਼ਰ ਰਹੇ। ਜਦੋਂ ਹੁਣ ਦਿੱਲੀ ਦੀ ਗੱਲ ਕਰਦੇ ਹਾਂ ਤਾਂ ਦਿੱਲੀ ਦੇ 300 ਕਿਲੋਮੀਟਰ ਦੇ ਵਿੱਚ 11 ਥਰਮਲ ਪਲਾਂਟ ਨੇ। ਉਹਨਾਂ ਦੇ ਵਿੱਚੋਂ ਸਿਰਫ 5 ਕੰਮ ਕਰ ਰਹੇ ਨੇ ਤੇ ਬਾਕੀ ਬੰਦ ਕੀਤੇ ਨੇ। ਉਹ ਕਹਿੰਦੇ ਜੇਕਰ ਲੋੜ ਪਈ ਤਾਂ ਇਸ ਘੇਰੇ ਤੋਂ ਬਾਹਰਲੇ ਪਲਾਂਟਾਂ ਨੂੰ ਵੀ ਬੰਦ ਕੀਤਾ ਜਾ ਸਕਦਾ। ਇੱਕ ਤਾਂ ਅਸੀਂ ਕਦਮ ਇਹ ਚੁੱਕਿਆ। 10 ਸਾਲ ਪੁਰਾਣੀਆਂ ਗੱਡੀਆਂ, ਭਾਵੇਂ ਉਹ ਡੀਜ਼ਲ ਵਾਲੀਆਂ ਨੇ, ਭਾਵੇਂ ਪੈਟਰੋਲ ਵਾਲੀਆਂ ਨੇ, ਅਸੀਂ ਉਹਨਾਂ ਨੂੰ ਸੜਕਾਂ ਤੇ ਚੱਲਣ ਨਹੀਂ ਦੇਵਾਂਗੇ। ਅਸੀਂ ਕੇਂਦਰੀ ਕਰਮਚਾਰੀਆਂ ਦੇ ਘਰ ਤੋਂ ਵੀ ਕੰਮ ਕਰਨ ਦੇ ਬਾਬਤ ਕਹਿੰਦੇ ਵਿਚਾਰ ਵਟਾਂਦਰਾ ਕਰ ਰਹੇ ਹਾਂ। ਪਰ ਅਸੀਂ ਦੇਖਿਆ ਕਿ ਇਹਨਾਂ ਵਾਹਨਾਂ ਦੀ ਜਿਹੜੀ ਗਿਣਤੀ ਹੈ ਉਹ ਬਹੁਤੀ ਜ਼ਿਆਦਾ ਤਾਂ ਨਹੀਂ। ਕਹਿੰਦੇ ਅਸੀਂ ਇਹ ਵੀ ਦੇਖ ਰਹੇ ਹਾਂ। ਇਸ ਵਾਸਤੇ ਅਸੀਂ ਉਹਨਾਂ ਨੂੰ ਕਾਰਪੂਲ ਕਰਨ ਦੀ ਸਲਾਹ ਵੀ ਦਿੱਤੀ ਹੈ ਕਿ ਇੱਕ ਗੱਡੀ ਦੇ ਵਿੱਚ 5 ਬੰਦੇ ਬੈਠ ਕੇ ਆਓ। ਫਿਰ ਮੁੱਖ ਜੱਜ ਨੇ ਦਿੱਲੀ ਸਰਕਾਰ ਤੋਂ ਪੁੱਛਿਆ, ਉਹ ਕਹਿੰਦੇ ਕੀ ਕਦਮ ਚੁੱਕ ਰਹੇ ਹੋ? ਇਹ ਤਾਂ ਤੁਸੀਂ ਗੱਲ ਬਿਲਕੁਲ ਦੱਸ ਰਹੇ ਹੋ ਕਿ ਆਹ ਗੱਲਾਂ ਤੇ ਅਸੀਂ ਵਿਚਾਰ ਕਰ ਰਹੇ ਹਾਂ। ਉਹ ਕਹਿੰਦੇ ਤੁਸੀਂ ਅਖਬਾਰਾਂ ਨੂੰ ਦੇਖਿਆ, ਹਰ ਅਖਬਾਰ ਦਾ ਵੱਖਰਾ ਵੱਖਰਾ ਅੰਕੜਾ ਹੈ। ਤਾਂ ਫਿਰ ਤੁਸ਼ਾਰ ਮਹਿਤਾ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਕਰਮਚਾਰੀਆਂ ਲਈ ਅਸੀਂ WFH ਤੇ ਕੰਮ ਕਰ ਰਹੇ ਹਾਂ। ਅਸੀਂ COVID-19 ਕਾਰਨ ਪਹਿਲਾਂ ਹੀ ਬਹੁਤ ਪ੍ਰਭਾਵਿਤ ਹੋਏ ਆ। ਦਿੱਲੀ NCR ਦੇ ਵਿੱਚ ਕੇਂਦਰ ਸਰਕਾਰ ਦੇ ਵਾਹਨਾਂ ਦੀ ਜਿਹੜੀ ਗਿਣਤੀ ਆ ਉਹ ਬਹੁਤੀ ਜ਼ਿਆਦਾ ਨਹੀਂ। ਕਹਿੰਦੇ ਅਸੀਂ ਪਹਿਲਾਂ ਨਾਲੋਂ ਇਹ ਵੀ ਘਟਾਈ ਹੈ। ਜਦੋਂ ਗੱਲ ਕਹਿੰਦੇ ਆਉਂਦੀ ਹੈ WFH ਦੀ ਤਾਂ ਜ਼ਿਆਦਾ ਨੁਕਸਾਨ ਹੁੰਦਾ ਹੈ, ਸੀਮਿਤ ਪ੍ਰਭਾਵ ਹੁੰਦਾ ਹੈ। ਅਸੀਂ ਕਾਰਪੂਲਿੰਗ ਦੀ ਸਿਫਾਰਿਸ਼ ਕੀਤੀ। ਉਹਨੇ ਫੇਰ ਮੁੜ ਕੇ ਜ਼ੋਰ ਦੇ ਕੇ ਕਿਹਾ। ਤਾਂ ਇਹਦੇ ਤੇ ਮੁੱਖ ਜੱਜ ਫੇਰ ਆ ਗਏ। ਉਹ ਕਹਿੰਦੇ ਤੁਹਾਡੇ ਕੋਲ ਕੇਂਦਰੀ ਕਰਮਚਾਰੀਆਂ ਦੀ ਕੋਈ ਗਿਣਤੀ ਹੈ ਜਿਹੜੀ ਤੁਸੀਂ ਸਾਨੂੰ ਦੱਸ ਸਕੋ? ਇਹਦੇ ਤੇ ਫਿਰ ਤੁਸ਼ਾਰ ਮਹਿਤਾ ਨੇ ਕਿਹਾ ਕਿ ਗਿਣਤੀ ਜ਼ਿਆਦਾ ਨਹੀਂ। ਤੁਸੀਂ ਦੇਖੋ ਅੰਕੜਾ ਕੋਈ ਨਹੀਂ ਦਿੱਤਾ। ਕਹਿੰਦੇ ਗਿਣਤੀ ਜ਼ਿਆਦਾ ਨਹੀਂ, ਵਾਹਨਾਂ ਦੀ ਗਿਣਤੀ ਅਸੀਂ ਘਟਾਉਣੀ ਹੈ ਤੇ ਆਦੇਸ਼ ਦੇ ਦਿੱਤੇ ਨੇ। ਪੂਰੇ ਭਾਰਤ ਦੇ ਵਿੱਚ ਇਹ ਪ੍ਰਭਾਵੀ ਹੋਣਗੇ। ਹੁਣ ਤੁਸੀਂ ਦੇਖੋ ਕਿ ਇਹ ਪ੍ਰਭਾਵੀ ਹੋਣਗੇ ਜਾਂ ਨਹੀਂ। ਫਿਰ ਸੁਪਰੀਮ ਕੋਰਟ ਨੇ ਹਰਿਆਣਾ ਸਰਕਾਰ ਨੂੰ ਪੁੱਛ ਲਿਆ। ਉਹ ਕਹਿੰਦੇ ਤੁਸੀਂ ਜਵਾਬ ਦਿਓ, ਤੁਸੀਂ ਸੂਬਾ ਸਰਕਾਰ ਦੇ ਤੌਰ ਤੇ ਕੀ ਕੀਤਾ, ਤੁਸੀਂ ਪ੍ਰਦੂਸ਼ਣ ਨੂੰ ਰੋਕਣ ਦੇ ਵਾਸਤੇ ਕੀ ਕੀਤਾ? ਫਿਰ ਹਰਿਆਣੇ ਨੇ ਦੱਸਿਆ, ਕਹਿੰਦੇ ਅਸੀਂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਵਾਸਤੇ ਕਿਹਾ, ਘਰੋਂ ਕੰਮ ਕਰਨ ਵਾਸਤੇ ਵੀ ਅਸੀਂ ਆਖ ਰਹੇ ਹਾਂ। ਤੇ ਫਿਰ ਪੰਜਾਬ ਦੀ ਵਾਰੀ ਆ ਗਈ, ਕਿਉਂਕਿ ਸੱਚਮੁੱਚ ਪ੍ਰਦੂਸ਼ਣ ਦੀ ਸਮੱਸਿਆ ਵੱਡੀ ਹੈ। ਸੁਪਰੀਮ ਕੋਰਟ ਨੇ ਪੁੱਛਿਆ ਕਿ ਪਰਾਲੀ ਸਾੜਨ ਤੇ ਪਾਬੰਦੀ ਹੈ, ਪਰਾਲੀ ਕਿੱਥੇ ਹੈ, ਕੀ ਸਾੜੀ ਹੈ ਜਾਂ ਨਹੀਂ? ਤੁਸੀਂ ਕਿਸਾਨਾਂ ਨੂੰ ਰੱਬ ਦੇ ਰਹਿਮ ਤੇ ਛੱਡ ਦਿੱਤਾ। ਤਾਂ ਫਿਰ ਪੰਜਾਬ ਕਹਿੰਦੇ ਅਸੀਂ NCR ਵਿੱਚ ਨਹੀਂ ਆਉਂਦੇ। CGI ਕਹਿੰਦੇ ਮੰਨਦੇ ਆ ਤੁਸੀਂ NCR 'ਚ ਨਹੀਂ ਆਉਂਦੇ, ਪਰ ਅਸੀਂ ਤੁਹਾਨੂੰ ਇਹ ਪੁੱਛ ਰਹੇ ਹਾਂ ਕਿ ਪਰਾਲੀ ਸਾੜਨ ਦੇ ਬਾਬਤ ਤੁਸੀਂ ਕੀਤਾ ਕੀ ਹੈ? ਕਹਿੰਦੇ ਅਸੀਂ ਕਿਸਾਨਾਂ ਨੂੰ 2-3 ਹਫ਼ਤਿਆਂ ਤੱਕ ਪਰਾਲੀ ਨਾ ਸਾੜਨ ਲਈ ਕਿਹਾ ਕਿ ਪਰਾਲੀ ਖੇਤਾਂ ਦੇ ਵਿੱਚ ਰੱਖ ਛੱਡੋ। ਤਾਂ ਜਸਟਿਸ ਸੂਰਿਆਕਾਂਤ ਉਹ ਕਹਿੰਦੇ ਭਾਵ ਤੁਸੀਂ ਕਿਸਾਨਾਂ ਨੂੰ ਰੋਕਿਆ ਪਰ ਪਰਾਲੀ ਦਾ ਕੋਈ ਪ੍ਰਬੰਧ ਨਹੀਂ ਕਰਕੇ ਦਿੱਤਾ। ਜਸਟਿਸ ਸੂਰਿਆਕਾਂਤ ਕਹਿੰਦੇ ਪਰਾਲੀ ਨਾਲ ਇਹ ਦੱਸ ਦਿਓ ਜੇ ਕਿਸਾਨ ਪਰਾਲੀ ਖੇਤ 'ਚ ਰੱਖਣਗੇ ਤਾਂ ਉਹਦਾ ਕੀਤਾ ਕੀ ਜਾਊਗਾ? ਫਿਰ ਇਹਦੇ ਤੋਂ ਬਾਅਦ ਸੁਪਰੀਮ ਕੋਰਟ ਨੇ ਜਿਹੜੀ ਟਿੱਪਣੀ ਕਰੀ ਬੜੀ ਤਲਖ ਸੀ। ਕਹਿੰਦੇ 5 ਸਟਾਰ ਹੋਟਲ ਦੇ AC 'ਚ ਬੈਠ ਕੇ ਤੁਸੀਂ ਕਿਸਾਨਾਂ ਨੂੰ ਦੋਸ਼ ਦੇ ਰਹੇ ਹੋ, ਇਹ ਬੜਾ ਆਸਾਨ ਹੈ, ਪਰ ਅਸਲ ਦੇ ਵਿੱਚ ਕਿਸਾਨਾਂ ਦੀ ਮੁਸ਼ਕਲ ਦਾ ਜਿਹੜਾ ਹੱਲ ਹੈ ਕੱਢੂ ਕੋਈ? ਜਸਟਿਸ ਸੂਰਿਆਕਾਂਤ ਉਹ ਕਹਿੰਦੇ ਦੱਸੋ ਕਿੰਨੀਆਂ ਮਸ਼ੀਨਾਂ ਨੇ ਜਿਹੜੀਆਂ ਤੁਸੀਂ ਕਿਸਾਨਾਂ ਨੂੰ ਦਿੱਤੀਆਂ ਹੋਣ? ਪਟੀਸ਼ਨ ਕਰਤਾ ਦੇ ਵੱਲੋਂ ਵਿਕਾਸ ਸਿੰਘ ਉਹ ਅਦਾਲਤ ਦੇ ਵਿੱਚ ਸੀ। ਉਹ ਕਹਿੰਦੇ ਕੀ ਕਰਨਾ ਹੈ, ਕੀ ਕਰਨਾ ਚਾਹੀਦਾ ਸਰਕਾਰਾਂ ਨੂੰ ਅਗਲੇ ਸਾਲ ਅਕਤੂਬਰ ਤੱਕ ਦੱਸਣ ਕੀ ਲਾਗੂ ਕੀਤਾ ਹੈ, ਕੀ ਲਾਗੂ ਕਰਨਗੇ।
ਸਰਕਾਰਾਂ ਨੂੰ ਕਿਹੜੇ ਕਦਮ ਚੁੱਕਣੇ ਚਾਹੀਦੇ ਨੇ। ਉਹ ਕਹਿੰਦੇ ਇਹ ਇੱਕ ਸਥਾਨਕ ਸਮੱਸਿਆ ਹੈ, ਦਿੱਲੀ ਸਰਕਾਰ ਨੂੰ ਕੁਝ ਕਦਮ ਚੁੱਕਣੇ ਚਾਹੀਦੇ ਨੇ। ਅਦਾਲਤ ਸਰਕਾਰਾਂ ਨੂੰ ਕਦਮ ਚੁੱਕਣ ਲਈ ਕਹਿੰਦੀ ਹੈ ਅਤੇ ਸਰਕਾਰਾਂ ਕਹਿੰਦੀਆਂ ਨੇ ਕਿ ਅਸੀਂ ਕਰ ਰਹੇ ਹਾਂ। ਕਹਿੰਦੇ ਜਦੋਂ ਅਸੀਂ ਸਵਾਲ ਉਠਾਉਂਦੇ ਹਾਂ ਤਾਂ ਪਤਾ ਕੀ ਕਹਿੰਦੇ ਆ ਕਿ ਸਾਡੇ ਤਾਂ ਇਹ ਕੋਈ ਏਜੰਡੇ ਦੀ ਹੈ ਨਹੀਂ। ਹੁਣ ਤੁਸੀਂ ਦੇਖੋ ਕਿ ਇਸ ਖਬਰ ਤੇ ਆਪਾਂ ਟਿੱਪਣੀ ਕਰਦੇ ਹਾਂ, ਇਸ ਖਬਰ ਨੂੰ ਇੱਥੇ ਰੋਕ ਕੇ, ਕਿ ਤੁਸ਼ਾਰ ਮਹਿਤਾ ਕੁਝ ਕਹਿੰਦੀ ਰਹੀ। ਸੁਪਰੀਮ ਕੋਰਟ ਦੇ ਵੱਖੋ ਵੱਖ ਜੱਜ ਉਹਨਾਂ ਨੂੰ ਪੁੱਛਦੇ ਰਹੇ ਕਿ ਤੁਸੀਂ ਕਿਸੇ 5 ਸਟਾਰ ਹੋਟਲ ਦੇ ਵਿੱਚ ਬੈਠ ਕੇ ਕਿਸਾਨਾਂ ਤੇ ਟਿੱਪਣੀਆਂ ਕਰ ਸਕਦੇ ਹੋ ਕਿ ਸਰਕਾਰ ਪਰਾਲੀ ਸੰਭਾਲੇ ਜਾਂ ਕਿਸਾਨ ਪਰਾਲੀ ਸੰਭਾਲੇ। ਤੁਸੀਂ ਤਾਂ ਇਹ ਕਹਿ ਦਿੱਤਾ ਕਿ ਭਾਈ ਕਿਸਾਨ ਪਰਾਲੀ ਸੰਭਾਲਣਾ। ਉਹ ਕਹਿੰਦੇ ਤੁਸੀਂ ਕਿੰਨੀਆਂ ਮਸ਼ੀਨਾਂ ਦਾ ਪ੍ਰਬੰਧ ਕੀਤਾ ਹੈ, ਕੀ ਉਹ ਕਿਸਾਨਾਂ ਤੱਕ ਪਹੁੰਚੀਆਂ ਨੇ, ਕਿੰਨੇ ਰਕਬੇ ਦੇ ਵਿੱਚ ਪਰਾਲੀ ਸਾੜੀ ਜਾਂਦੀ ਸੀ, ਤੁਹਾਡੇ ਕੋਲ ਕੋਈ ਅੰਕੜਾ ਹੈ? ਕੀ ਸਿਰਫ ਕਿਸਾਨਾਂ ਦੀ ਪਰਾਲੀ ਦਾ ਧੂੰਆਂ ਹੀ ਸਾਰੇ ਇਸ ਪ੍ਰਦੂਸ਼ਣ ਨੂੰ ਵਧਾ ਰਿਹਾ, ਫੈਲਾ ਰਿਹਾ? ਕੀ ਪ੍ਰਦੂਸ਼ਣ ਸਿਰਫ ਅਕਤੂਬਰ ਨਵੰਬਰ ਦੇ ਮਹੀਨੇ 'ਚ ਹੀ ਹੁੰਦਾ ਹੈ? ਜੇ ਅਕਤੂਬਰ ਨਵੰਬਰ ਦੇ ਮਹੀਨੇ ਤੋਂ ਬਾਅਦ ਪ੍ਰਦੂਸ਼ਣ ਨਹੀਂ ਹੁੰਦਾ ਤਾਂ ਦੱਸੋ। ਸੋ ਜਿਹੜੀ ਇਹ ਗੱਲ ਕਹੀ ਸੁਪਰੀਮ ਕੋਰਟ ਨੇ ਕਿ ਦੱਸ ਤਾਂ ਦਿਓ ਕਿ ਤੁਸੀਂ 5 ਸਟਾਰ ਹੋਟਲ ਦੇ ਏਸੀ ਰੂਮ ਦੇ ਵਿੱਚ ਬੈਠ ਕੇ ਟਿੱਪਣੀਆਂ ਤਾਂ ਕਰ ਦਿੰਦੇ ਹੋ, ਪਰ ਕਿਸਾਨਾਂ ਦੀ ਬਾਂਹ ਵੀ ਫੜਦੇ ਹੋ ਜਾਂ ਨਹੀਂ। ਬਹੁਤ ਸਖਤ ਤੇ ਤਲਖ ਟਿੱਪਣੀਆਂ ਸੀ। ਸ਼ਾਇਦ ਇਹਦਾ ਜਵਾਬ ਨਾ ਪੰਜਾਬ, ਨਾ ਹਰਿਆਣਾ, ਨਾ ਕੇਂਦਰ, ਨਾ ਦਿੱਲੀ ਸਰਕਾਰ ਕੋਲ ਹੋਵੇ। ਤੇ ਅਗਲੀ ਆਹ ਜਿਹੜੀ ਖਬਰ ਹੈ ਇਹ ਵੀ ਆਪਣੇ ਆਪ ਦੇ ਵਿੱਚ ਮਹੱਤਵਪੂਰਨ ਖਬਰ ਹੈ, ਤੇ ਹੁਣ ਆਪਾਂ ਇਹਦੇ ਤੇ ਗੱਲ ਕਰਦੇ ਹਾਂ ਕਿ ਸੀਐਮ ਚੰਨੀ ਦੱਸਣ ਕਿ ਕਿਸਾਨਾਂ ਦਾ ਜਿਹੜਾ ਕਰਜ਼ਾ ਹੈ ਉਹ ਮਾਫ ਕਿਉਂ ਨਹੀਂ ਕੀਤਾ ਜਾ ਰਿਹਾ। ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਦਰਅਸਲ ਮੁੱਖ ਮੰਤਰੀ ਚੰਨੀ ਨੂੰ ਸਵਾਲ ਕੀਤਾ ਹੈ। ਸੁਖਬੀਰ ਨੇ ਆਖਿਆ ਕਿ ਉਹ ਇਹ ਦੱਸਣ ਕਿ ਜੇਕਰ ਕਾਂਗਰਸ ਪਾਰਟੀ ਗੁਟਕਾ ਸਾਹਿਬ ਹੱਥ ਵਿੱਚ ਫੜ ਕੇ ਸਹੁੰ ਚੁੱਕਦੀ ਹੈ ਕਿ ਕਿਸਾਨਾਂ ਦਾ ਪੂਰਾ ਕਰਜ਼ਾ ਮੁਆਫ ਕੀਤਾ ਜਾਊ, ਤਾਂ ਆਹ ਫਿਰ ਕੀ ਆਖਿਆ ਜਾ ਰਿਹਾ? ਉਹ ਕਹਿੰਦੇ ਕਾਂਗਰਸ ਪਾਰਟੀ 5 ਸਾਲਾਂ ਤੱਕ ਕਿਸਾਨਾਂ ਦੀਆਂ ਅੱਖਾਂ ਵਿੱਚ ਕੱਟਾ ਕਿਉਂ ਪਾਉਂਦੀ ਰਹੀ। ਉਹ ਕਹਿੰਦੇ ਅਕਾਲੀ ਦਲ ਤੇ ਬਸਪਾ ਗੱਠਜੋੜ ਦੇ ਉਮੀਦਵਾਰ ਬਲਦੇਵ ਸਿੰਘ ਖਹਿਰਾ, ਮੈਂ ਉਹਨਾਂ ਦੇ ਹੱਕ ਵਿੱਚ ਆਇਆ ਤੇ ਉੱਥੇ ਉਹ ਜਨਤਕ ਮੀਡੀਆ ਨੂੰ ਸੰਬੋਧਨ ਵੀ ਕਰ ਰਹੇ ਸੀ। ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨਾਲ ਮੀਟਿੰਗ ਕੀਤੀ ਅਤੇ ਮੀਟਿੰਗ ਦੇ ਵਿੱਚ ਸਪਸ਼ਟ ਕਰ ਦਿੱਤਾ ਕਿ ਕਾਂਗਰਸ ਪਾਰਟੀ ਆਪਣੇ ਕੀਤੇ ਵਾਅਦੇ ਮੁਤਾਬਕ ਕਿਸਾਨਾਂ ਦੇ ਕਰਜ਼ੇ ਮੁਆਫ ਨਹੀਂ ਕਰੇਗੀ। ਉਹਨਾਂ ਕਿਹਾ ਕਿ ਇਸ ਤੋਂ ਸਾਬਤ ਇਹ ਹੁੰਦਾ ਹੈ ਕਿ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੇ ਵੇਲੇ ਕਿਸਾਨਾਂ ਦੀਆਂ ਵੋਟਾਂ ਤਾਂ ਹਾਸਲ ਕਰ ਲਈਆਂ, ਜਾਂ ਵੋਟਾਂ ਹਾਸਲ ਕਰਨ ਵਾਸਤੇ ਕਾਂਗਰਸ ਨੇ ਹੱਥ ਵਿੱਚ ਗੁਟਕਾ ਸਾਹਿਬ ਫੜ ਲਿਆ, ਸਹੁੰ ਵੀ ਖਾ ਲਈ ਤੇ ਖਾਧੀ ਝੂਠੀ। ਉਹਨਾਂ ਕਿਹਾ ਕਿ ਇਸ ਲਈ ਧੋਖਾਧੜੀ ਲਈ ਚੰਨੀ ਕਿਸਾਨਾਂ ਤੋਂ ਮੁਆਫੀ ਮੰਗਣ। ਸੁਖਬੀਰ ਸਿੰਘ ਬਾਦਲ ਨੇ ਮਾਲਵਾ ਖਿੱਤੇ ਦੇ ਵਿੱਚ ਗੁਲਾਬੀ ਸੁੰਡੀ ਦੇ ਹਮਲੇ ਕਾਰਨ ਤਬਾਹ ਹੋਈ ਨਰਮੇ ਦੀ ਫਸਲ ਦੇ ਉਤਪਾਦਕਾਂ ਉਹਨਾਂ ਨਾਲ ਹੁਣ ਤੱਕ ਨਿਆਂ ਨਾ ਕਰਨ ਵਾਸਤੇ ਮੁੱਖ ਮੰਤਰੀ ਦੀ ਨਿਖੇਧੀ ਵੀ ਕੀਤੀ। ਉਹਨਾਂ ਕਿਹਾ ਕਿ ਭਾਵੇਂ ਕਿਸਾਨਾਂ ਨੂੰ 40,000 ਰੁਪਏ ਪ੍ਰਤੀ ਏਕੜ ਤੋਂ ਜ਼ਿਆਦਾ ਦਾ ਨੁਕਸਾਨ ਹੋਇਆ, ਪਰ ਸਰਕਾਰ ਉਹਨਾਂ ਨੂੰ 12,000 ਰੁਪਏ ਪ੍ਰਤੀ ਏਕੜ ਦੇ ਰਹੀ ਹੈ। ਪਰ ਮੈਂ ਦੱਸ ਦਿਆਂ ਕਿ ਹੁਣ ਉਹ ਕਹਿੰਦੇ 12 ਨਹੀਂ, ਜਿਨ੍ਹਾਂ ਦਾ 75% ਨੁਕਸਾਨ ਉਹਨਾਂ ਨੂੰ 17,000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਊ। ਉਹ ਕਹਿੰਦੇ ਇਹ ਕਹਿ ਕੇ ਮੁਆਵਜ਼ਾ 3 ਤੋਂ 5,000 ਰੁਪਏ ਪ੍ਰਤੀ ਏਕੜ ਤੱਕ ਸੀਮਿਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਫਸਲ ਦਾ ਸਿਰਫ ਥੋੜਾ ਜਿਹਾ ਨੁਕਸਾਨ ਹੋਇਆ ਹੈ, ਇਹ ਕਹਿੰਦੇ ਸਰਾਸਰ ਗਲਤ ਹੈ। ਮੁੱਖ ਮੰਤਰੀ ਨੂੰ ਕਿਸਾਨਾਂ ਦੇ ਨਾਲ ਆਮ ਆਦਮੀ ਬਲਕਿ ਐਸਸੀ ਵਿਦਿਆਰਥੀਆਂ ਜਿਨ੍ਹਾਂ ਨੂੰ 1800 ਕਰੋੜ ਰੁਪਏ ਦੀ ਸਕਾਲਰਸ਼ਿਪ ਰਾਸ਼ੀ ਨਹੀਂ ਮਿਲੀ, ਜਿਨ੍ਹਾਂ ਨੇ ਬੇਈਮਾਨੀ ਕੀਤੀ ਹੈ, ਉਹ ਜਿਹੜੇ ਬੇਈਮਾਨੀਆਂ ਦੇ ਸਰਦਾਰ ਨੇ ਤੇ ਉਹਨਾਂ ਦੇ ਮਸਲੇ ਉਠਾਉਣੇ ਚਾਹੀਦੇ ਨੇ ਤੇ ਉਹਨਾਂ ਤੇ ਕਾਰਵਾਈ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਬਿਲਕੁਲ ਵੀ ਵਿਸ਼ਵਾਸ ਨਹੀਂ ਇਹਨਾਂ ਤੇ ਕੀਤਾ ਜਾ ਸਕਦਾ। ਉਹਨਾਂ ਕਿਹਾ ਕਿ ਉਹ ਸਿਖਰਲੇ ਦਾਅਵਿਆਂ ਵਾਲੇ ਪੋਸਟ ਲਗਾ ਕੇ ਸਸਤੀ ਸ਼ੋਹਰਤ ਹਾਸਲ ਕਰਨ ਵਿੱਚ ਜ਼ਿਆਦਾ ਦਿਲਚਸਪੀ ਰੱਖਦੇ ਨੇ, ਜਦੋਂ ਕਿ ਅਸਲੀਅਤ ਇਹ ਹੈ ਕਿ ਉਹਨਾਂ ਨੇ ਕਾਂਗਰਸ ਪਾਰਟੀ ਦੇ ਵੱਲੋਂ ਕੀਤਾ ਕੋਈ ਵੀ ਵਾਅਦਾ ਨਾ ਪਹਿਲੇ ਨੇ ਪੂਰਾ ਕੀਤਾ ਸੀ, ਨਾ ਇਹ ਪੂਰਾ ਕਰ ਰਹੇ, ਸਿਰਫ ਐਲਾਨ ਕਰ ਰਹੇ ਨੇ। ਇਸੇ ਦੌਰਾਨ ਵਿਧਾਨ ਸਭਾ ਹਲਕੇ ਦੇ ਦੌਰੇ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਨੇ ਫਿਲੌਰ ਸ਼ਹਿਰ, ਗੁਰਾਇਆ ਤੇ ਹੋਰ ਕਈ ਪਿੰਡਾਂ ਦਾ ਵੀ ਦੌਰਾ ਕੀਤਾ। ਕਈ ਜਨਤਕ ਮੀਟਿੰਗਾਂ ਨੂੰ ਉਹਨਾਂ ਨੇ ਸੰਬੋਧਨ ਵੀ ਕੀਤਾ। ਉਹਨਾਂ ਨੇ ਸਮਾਜ ਦੇ ਵੱਖ-ਵੱਖ ਵਰਗਾਂ ਦੇ ਲੋਕਾਂ ਦੇ ਨਾਲ ਗੱਲਬਾਤ ਵੀ ਕੀਤੀ ਤੇ ਦੌਰੇ ਦੇ ਦੌਰਾਨ ਸੁਖਬੀਰ ਨੇ ਪੰਜਾਬ ਦੇ ਸਰਵਪੱਖੀ ਵਿਕਾਸ ਬਾਰੇ ਆਪਣੀ ਸੋਚ ਤੋਂ ਲੋਕਾਂ ਨੂੰ ਜਾਣੂ ਵੀ ਕਰਵਾਇਆ। ਬਹੁਤ ਸਾਰੇ ਲੋਕਾਂ ਦੇ ਸਵਾਲਾਂ ਦੇ ਉਹਨਾਂ ਨੇ ਜਵਾਬ ਵੀ ਦਿੱਤੇ ਅਤੇ ਅਗਲੇ ਸਾਲ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਤੇ ਬਸਪਾ ਦੀ ਗੱਠਜੋੜ ਸਰਕਾਰ ਬਣੂ, ਸਰਵਪੱਖੀ ਵਿਕਾਸ ਅਸੀਂ ਸੂਬੇ ਦਾ ਕਰਾਂਗੇ।
ਤੇ ਹੁਣ ਤੁਸੀਂ ਇਹ ਦੇਖੋ ਕਿ ਆਹ ਜਿਹੜੀਆਂ ਗੱਲਾਂ ਉਹ ਕਰ ਰਹੇ ਨੇ ਕਿ ਅਸੀਂ ਸਰਵ ਪੱਖੀ ਵਿਕਾਸ ਕਰਾਂਗੇ। ਹੁਣ ਇਹਦੇ ਤੇ ਟਿੱਪਣੀ ਕਰਨ ਨੂੰ ਦਿਲ ਕਰਦਾ ਹੈ ਕਿ ਪਹਿਲਾਂ 2 ਟਰਮਾਂ ਲਗਾਤਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਅਕਾਲੀ ਦਲ ਤੇ ਭਾਜਪਾ ਦੀ ਗੱਠਜੋੜ ਸਰਕਾਰ ਚੱਲੀ। ਪੰਜਾਬ ਦਾ ਕਿੰਨਾ ਕੁ ਸਰਵ ਪੱਖੀ ਵਿਕਾਸ ਕਰ ਦਿੱਤਾ। ਜਿਹੜੇ ਕਰਜ਼ੇ ਦੀਆਂ ਗੱਲਾਂ ਕਰਦੇ ਨੇ, ਮੰਨਦੇ ਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਹੱਥ ਵਿੱਚ ਗੁਟਕਾ ਸਾਹਿਬ ਫੜ ਕੇ ਸਹੁੰ ਖਾਧੀ, ਵਾਅਦੇ ਪੂਰੇ ਨਹੀਂ ਕੀਤੇ, ਪਰ ਜਿਹੜੇ ਤੁਸੀਂ ਕੀਤੇ ਸੀ ਕਿ ਤੁਸੀਂ ਪੂਰੇ ਕਰ ਦਿੱਤੇ। ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਹੈ। ਤੁਸੀਂ ਕਹਿੰਦੇ ਹੋ ਕਿ ਪੰਜਾਬ ਦਾ ਸਰਵਪੱਖੀ ਵਿਕਾਸ ਕਰਾਂਗੇ, ਕਿ ਸੱਚਮੁੱਚ ਤੁਸੀਂ ਵਿਕਾਸ ਕੀਤਾ ਸੀ? ਤੁਸੀਂ ਜਿਹੜੇ ਲੋਕਾਂ ਨਾਲ ਵਾਅਦੇ ਕੀਤੇ ਸੀ, ਵਫਾ ਕੀਤੇ ਸੀ? ਤੇ ਹੁਣ ਇੱਕ ਗੱਲ ਤੇ ਪੱਕੀ ਹੈ ਕਿ ਜਿਸ ਗੱਲ ਨੂੰ ਪਿੰਨ ਪੁਆਇੰਟ ਕੀਤਾ ਕਿ ਕਿਸਾਨਾਂ ਦੇ ਕਰਜ਼ੇ ਮੁਆਫ ਨਹੀਂ ਕੀਤੇ ਜਾਣੇ, ਇਹ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਬਿਲਕੁਲ ਆਖਿਆ ਕਿ 18 ਸਾਨੂੰ ਨੁਕਤੇ ਦਿੱਤੇ ਸੀ, ਉਹਨਾਂ ਦੇ ਵਿੱਚੋਂ ਕਰਜ਼ੇ ਵਾਲੀ ਛੱਡ ਕੇ 17 ਮੁੱਦਿਆਂ ਦੇ ਉੱਤੇ ਅਸੀਂ ਐਨ ਸਹੀ ਪਾ ਦਿੱਤੀ ਹੈ ਤੇ ਕਿਸਾਨ ਆਗੂਆਂ ਨੂੰ ਭਰੋਸਾ ਦਿੱਤਾ ਹੈ। ਹੁਣ ਜੇਕਰ ਕਿਸਾਨਾਂ ਦਾ ਕਰਜ਼ਾ ਕੁਰਕੀ ਮੁਆਫ ਕੀਤਾ ਹੀ ਨਹੀਂ ਸੀ ਜਾਣਾ ਚਾਹੀਦਾ ਤਾਂ ਕਿਹਾ ਕਿਉਂ? ਆਪਣੇ ਆਪ ਦੇ ਵਿੱਚ ਸੱਚਮੁੱਚ ਇਸ ਹਮਾਮ 'ਚ ਸਾਰੇ ਨੰਗੇ ਨੇ, ਪਰ ਚਰਨਜੀਤ ਸਿੰਘ ਚੰਨੀ ਇਸ ਵਕਤ ਪੰਜਾਬ ਦੇ ਮੁੱਖ ਮੰਤਰੀ ਨੂੰ ਉਹਨੂੰ ਅਪੀਲ ਹੈ ਕਿ ਆਹ ਸਮਾਂ ਤੁਹਾਡੇ ਕੋਲ ਸਬੱਬ ਨਾਲ ਆ ਗਿਆ, ਮਹੀਨਾ ਡੇਢ ਹੈ, ਭਾਵੇਂ ਮਹੀਨੇ ਤੁਹਾਡੇ ਕੋਲ 2 ਨੇ। ਜੇ ਤੁਸੀਂ ਇਸ ਤਰ੍ਹਾਂ ਦੇ ਕੰਮ ਕਰਦੇ ਹੋ ਜਿਹੜੇ ਮੀਲ ਪੱਥਰ ਗੱਡੇ ਜਾਣ, ਤੁਹਾਡੀ ਸਰਕਾਰ ਅਗਲੀ ਬਣਦੀ ਆ ਜਾਂ ਨਹੀਂ ਬਣਦੀ, ਤੁਸੀਂ ਅਗਲੀ ਵਾਰੀ ਮੁੱਖ ਮੰਤਰੀ ਦਾ ਚਿਹਰਾ ਹੁੰਦੇ ਹੋ ਜਾਂ ਨਹੀਂ ਹੁੰਦੇ, ਇਹ ਗੱਲ ਮਾਇਨੇ ਨਹੀਂ ਰੱਖਦੀ। ਪਰ ਜੇ ਚਾਹੁੰਦੇ ਹੋ ਕਿ ਲੋਕ ਯੁਗਾਂ ਯੁਗੰਤਰਾਂ ਤੱਕ ਯਾਦ ਰੱਖਣ ਕਿ ਪੰਜਾਬ ਨੂੰ ਇੱਕ ਮੁੱਖ ਮੰਤਰੀ ਮਿਲਿਆ ਤੇ ਮਿਲਿਆ ਸੀ ਕੁਝ ਮਹੀਨਿਆਂ ਵਾਸਤੇ, ਉਹ ਉਨਾ ਕੰਮ ਕਰ ਗਿਆ ਜਿੰਨਾ ਕੋਈ 5 ਸਾਲ 'ਚ ਨਾ ਕਰ ਸਕਿਆ, 9.5 ਸਾਲ 'ਚ ਨਾ ਕਰ ਸਕਿਆ, 10 ਸਾਲਾਂ 'ਚ ਨਾ ਕਰ ਸਕਿਆ। ਸੋ ਉਮੀਦ ਹੈ ਕਿ ਚਰਨਜੀਤ ਸਿੰਘ ਚੰਨੀ ਹੋਰੀ ਕਿਸਾਨਾਂ ਲਈ ਆ ਜਿਹੜਿਆਂ ਵਿਦਿਆਰਥੀਆਂ ਦਾ ਵਜ਼ੀਫਾ, ਇੱਕ ਇਹਨਾਂ ਦੀ ਆਪਣੀ ਪਾਰਟੀ ਦਾ ਵਿਧਾਇਕ ਤੇ ਵਜ਼ੀਰ ਖਾ ਗਿਆ, ਉਹਨਾਂ ਤੇ STF ਦੀ ਰਿਪੋਰਟ ਹੈ, ਉਹਨਾਂ ਤੇ ਜਿਹੜੇ ਨਜਾਇਜ਼ ਮਾਈਨਿੰਗ ਕਰਦੇ ਆ ਉਹਨਾਂ ਤੇ, ਨਜਾਇਜ਼ ਜਿਹੜੇ ਟਰਾਂਸਪੋਰਟੇਸ਼ਨ ਦਾ ਕੰਮ ਕਰਦੇ ਆ ਉਹਨਾਂ ਤੇ, ਬਹੁਤ ਸਾਰੇ ਇਸ ਤਰ੍ਹਾਂ ਦੇ ਮੁੱਦੇ ਨੇ ਜਿਹੜੇ ਚਰਨਜੀਤ ਸਿੰਘ ਚੰਨੀ ਹੋਰਾਂ ਨੂੰ ਹਰ ਹਾਲ ਦੇ ਵਿੱਚ ਸੁਲਝਾਉਣੇ ਪੈਣਗੇ। ਬੇਅਦਬੀਆਂ ਦਾ ਮੁੱਦਾ ਹੈ, ਗੋਲੀ ਕਾਂਡ ਦਾ ਮੁੱਦਾ ਹੈ, ਇਹ ਸਾਰਿਆਂ ਦੇ ਉੱਤੇ ਤਵੱਜੋ ਦੇਣੀ ਪਊ ਅਤੇ ਛੇਤੀ ਦੇ ਨਾਲ ਇਹ ਮਸਲੇ ਹੱਲ ਕਰਵਾਉਣੇ ਪੈਣਗੇ। ਜੇ ਇਹਨਾਂ ਵਿੱਚੋਂ ਕੁਝ ਮੁੱਦਿਆਂ ਦੇ ਉੱਤੇ ਉਹ ਹੱਲ ਕਰਵਾਉਣ ਦੇ ਵਿੱਚ ਕਾਮਯਾਬੀ ਹਾਸਲ ਕਰ ਲੈਂਦੇ ਆ, ਚਰਨਜੀਤ ਸਿੰਘ ਚੰਨੀ ਹੋਰਾਂ ਨੂੰ ਕੋਈ ਨਹੀਂ ਡੱਕ ਸਕਦਾ ਕਿ ਅਗਲੀ ਇਲੈਕਸ਼ਨ ਦੇ ਵਿੱਚ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਦਾ ਚਿਹਰਾ ਉਹੀ ਹੋਣ। ਸੋ ਦੋਸਤੋ, ਕੁੱਲ ਮਿਲਾ ਕੇ ਇਹ ਸੀ ਆਪਣਾ ਅੱਜ ਦਾ ਪ੍ਰੋਗਰਾਮ। ਉਮੀਦ ਕਰ ਰਿਹਾ ਕਿ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਜੇਕਰ ਸੱਚਮੁੱਚ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ। ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਹੁਣ ਸਮਾਂ ਸਮਾਪਤ ਹੈ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾ ਦਿਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।